ਅੱਜ ਦੀ ਇਕੱਠ ਦੇ ਪ੍ਰਧਾਨ ਜ਼ੁਬੈਰ ਸਾਹਿਬ ਨੂੰ ਇਹ ਦਾਵਤ ਦੇਵਾਂਗੇ ਕਿ ਉਹ ਸਟੇਜ 'ਤੇ ਆ ਜਾਣ। ਬਲਕਿ ਮੈਂ ਚਾਹਾਂਗਾ ਕਿ ਉਹ ਸਟੇਜ 'ਤੇ ਆ ਜਾਣ, ਸਵਾਲ ਵੀ ਇੱਥੋਂ ਲੈਣ ਤੋਂ ਅੱਗੋਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਨ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਮਾਣਯੋਗ ਅੱਜ ਦੇ ਇਕੱਠ ਦੇ ਪ੍ਰਧਾਨ ਜਨਾਬ ਜ਼ੁਬੈਰ ਅਹਿਮਦ ਸਾਹਿਬ ਨੂੰ ਕਹਾਂਗੇ ਸਟੇਜ 'ਤੇ ਆਉਣ। ਬਾਹਰੋਂ ਸਾਡੇ ਪ੍ਰਾਹੁਣੇ ਆਉਂਦੇ ਨੇ ਕੈਨੇਡਾ ਤੋਂ ਜਾਂ UK ਤੋਂ ਜਾਂ ਦੂਜੇ ਮੁਲਕਾਂ ਤੋਂ, ਪ੍ਰਦੇਸੀਆਂ ਤੋਂ। ਉਹਨਾਂ ਦੀ ਬਹੁਤ ਵੱਡੀ ਜਿਹੜੀ ਇੱਛਾ ਹੈ ਉਹ ਇਹ ਹੁੰਦੀ ਹੈ ਕਿ ਅਸੀਂ ਪੰਜਾਬੀ ਅਦਬੀ ਸੰਗਤ ਦੇ ਪ੍ਰੋਗਰਾਮ 'ਚ ਆਈਏ। ਔਰ ਬੜੇ ਬੜੇ ਮਸ਼ਹੂਰ ਲਿਖਾਰੀ ਜਿਹੜੇ ਨੇ ਉਹ ਪੰਜਾਬੀ ਅਦਬੀ ਸੰਗਤ ਦੇ ਪ੍ਰੋਗਰਾਮਾਂ 'ਚ ਆਏ ਨੇ ਅਤੇ ਪੰਜਾਬੀ ਸੰਗਤ ਦੇ ਪ੍ਰੋਗਰਾਮਾਂ 'ਚ ਆਏ ਨੇ। ਅਤੇ ਮੈਂ ਬੜੀ ਵਧਾਈ ਦਿੰਦਾ ਵਾਂ। ਇੱਕ ਹੋਰ ਵਧਾਈ ਜਿਹੜੀ ਹੈ ਉਹ ਅੱਜ ਪੂਰੇ ਪਾਕਿਸਤਾਨ ਮਨਾ ਰਿਹਾ ਹੈ, ਉਹ ਜਿਹੜਾ ਅਸੀਂ ਓਲੰਪਿਕ 'ਚ ਮੈਡਲ ਜਿੱਤਿਆ ਹੈ। ਔਰ ਉਹਨਾਂ ਜਿਹੜੀਆਂ ਮਾਵਾਂ ਨੇ, ਦੋਵਾਂ ਦੀਆਂ ਮਾਵਾਂ, ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਅਰਸ਼ਦ ਨਦੀਮ ਔਰ ਨੀਰਜ ਚੋਪੜਾ ਦੀਆਂ ਜਿਹੜੀਆਂ ਮਾਵਾਂ ਨੇ ਗੱਲਾਂ ਕੀਤੀਆਂ ਨੇ, ਉਹ ਪਾਕਿਸਤਾਨ ਦੀ ਰਿਆਸਤ ਔਰ ਹਿੰਦੁਸਤਾਨ ਦੀ ਰਿਆਸਤ ਦੇ ਮੂੰਹ 'ਤੇ ਚਪੇੜਾਂ ਨੇ ਕਿ ਉਹ ਰਿਆਸਤਾਂ ਜਿਹੜੀਆਂ ਨੇ ਉਹ ਲੜ ਰਹੀਆਂ ਨੇ, ਲੋਕੀ ਨਹੀਂ ਲੜ ਰਹੇ। ਔਰ ਓਲੰਪਿਕਸ ਦੇ ਵਿੱਚ 2 ਕੰਪੀਟੀਟਰ ਨੇ, ਇੱਕ ਪਹਿਲਾ ਇੱਕ ਦੂਜਾ, ਔਰ ਦੋਵਾਂ 'ਚ ਕੋਈ ਨਫ਼ਰਤ ਨਹੀਂ। ਇਸ ਤੋਂ ਸੋਹਣੀ ਗੱਲ ਕੀ ਹੋ ਸਕਦੀ ਹੈ? ਔਰ ਦੋਵੇਂ ਪੰਜਾਬੀ ਨੇ। ਪੰਜਾਬੀ ਹੋਣ 'ਤੇ ਵੀ ਸਾਨੂੰ ਮਾਣ ਹੈ। ਔਰ ਮੈਂ ਕਹਾਂਗਾ ਕਿ ਸਾਡੀਆਂ ਰਿਆਸਤਾਂ ਨੂੰ ਇਹਨਾਂ ਮਾਵਾਂ ਤੋਂ ਸਿੱਖਣਾ ਚਾਹੀਦਾ। ਇਹ ਸਿਆਸਤਦਾਨਾਂ ਤੋਂ ਵੀ ਬਹੁਤ ਵੱਡੇ ਜਾਂ ਸਿਆਸਤਦਾਨ ਨੇ, ਔਰ ਜਿਹੋ ਜਿਹੀਆਂ ਗੱਲਾਂ ਕਰ ਰਹੀਆਂ ਨੇ ਉਹ ਅਸੀਂ ਉਹਨਾਂ ਨੂੰ ਰੱਖੀਏ। ਇੱਕ ਦੋ ਗੱਲਾਂ ਮੈਂ ਵੱਡੇ ਗੁਲਾਮ ਅਲੀ ਖਾਨ, ਅਸੀਂ ਵੱਡੇ ਗੁਲਾਮ ਅਲੀ ਵੀ ਕਹਿੰਦੇ ਹਾਂ ਅਤੇ ਵੱਡੇ ਵੀ ਕਹਿੰਦੇ ਹਾਂ ਅਤੇ ਵੱਡੇ ਵੀ ਕਹਿੰਦੇ ਹਾਂ, ਬੜੇ ਵੀ ਕਹਿੰਦੇ ਹਾਂ। ਇੱਕ ਦੋ ਗੱਲਾਂ ਜਿਹੜੀਆਂ ਨੇ ਉਹ ਮੈਂ ਸੁਣੀ ਹੈ, ਗੱਲ ਪਤਾ ਨਹੀਂ ਸਹੀ ਹੈ ਜਾਂ ਗਲਤ ਹੈ, ਕਿ ਵੱਡੇ ਗੁਲਾਮ ਅਲੀ ਖਾਨ ਨੇ ਕਿਹਾ ਕਿ ਜੇ ਸਾਡੇ ਮੁਲਕਾਂ ਦੇ ਲੋਕ ਸੰਗੀਤ ਜਾਣਦੇ ਹੁੰਦੇ, ਪੱਕੇ ਰਾਗ ਤੋਂ ਜਾਣੂ ਹੁੰਦੇ, ਸਾਨੂੰ ਇਹਨਾਂ ਦਾ ਰਾਗਾਂ ਸੁਣਨ ਦਾ ਸ਼ੌਕ ਹੁੰਦਾ ਅਤੇ 47 ਦੀ ਵੰਡ ਵਿੱਚ ਇੰਨਾ ਕਤਲੇਆਮ ਨਹੀਂ ਹੋਣਾ ਸੀ। ਫਿਰ ਇੱਕ ਗੱਲ ਹੋਰ ਹੈ ਕਿ ਇੱਕ ਦਫਾ ਉਹ ਬੈਠੇ ਸਨ, ਇਹਦੇ ਮਜ਼ਮੂਨ 'ਚ ਉਹਨੇ ਨਹੀਂ ਲਿਖਿਆ ਬਲਵੰਤ ਗਾਰਗੀ ਨੇ, ਅਤੇ ਅਜ਼ਾਨ ਹੋ ਰਹੀ ਸੀ। ਕੋਈ ਬਹੁਤ ਹੀ ਬੇਸੁਰਾ ਮੌਲਵੀ ਅਜ਼ਾਨ ਪੜ੍ਹ ਰਿਹਾ ਸੀ ਅਤੇ ਖਾਨ ਸਾਹਿਬ ਨੂੰ ਕਹਿੰਦੇ, ਖਾਨ ਸਾਹਿਬ ਨੇ ਸੁਣ ਲਈ ਅਜ਼ਾਨ। ਫਿਰ ਖਾਨ ਸਾਹਿਬ ਨੇ ਪਤਾ ਨਹੀਂ ਕਿਹੜਾ ਰਾਗ, ਭੈਰਵੀ ਰਾਗ, ਦਰਬਾਰੀ ਜਾਂ ਪਹਾੜੀ, ਪਤਾ ਨਹੀਂ ਕਿਹੜੇ ਰਾਗ 'ਚ, ਕਹਿੰਦੇ ਨੇ ਆਪ ਨੇ ਅਜ਼ਾਨ ਵੀ ਪੜ੍ਹੀ ਸੀ ਕਿਸੇ ਰਾਗ ਦੇ ਵਿੱਚ, ਖਾਨ ਸਾਹਿਬ ਨੇ, ਕਿ ਇੰਝ ਦੇਈ ਦੀ ਅਜ਼ਾਨ। ਜਿਹੜੇ ਬੰਦੇ ਇੱਥੋਂ ਗਏ, ਅਮਰਤਾ ਪ੍ਰੀਤਮ ਵੈਸੇ ਚਲੀ ਗਈ ਸੀ ਪਾਰਟੀਸ਼ਨ 'ਚ, ਜਿਹੜੇ ਮਜਬੂਰ ਹੋ ਕੇ ਬੰਦੇ ਗਏ, ਇੱਕ ਸਾਹਲ ਲੁਧਿਆਣਵੀ ਸੀ, ਬੜੇ ਗੁਲਾਮ ਅਲੀ ਸੀ ਅਤੇ ਕੁਰਤ ਉਲ ਐਨ ਹੈਦਰ ਸੀ। ਇਹ ਤਿੰਨੇ ਹੀ ਬੰਦੇ ਗਏ, ਬਚ ਗਏ, ਔਰ ਉਹਨਾਂ ਨੇ ਬੜਾ ਸ਼ਾਨਦਾਰ ਜ਼ਿੰਦਗੀਆਂ ਗੁਜ਼ਾਰੀਆਂ ਔਰ ਆਪਣਾ ਫਨ ਦਿਖਾਇਆ, ਕਲਾ ਦਿਖਾਈ। ਇੱਕ ਬੰਦਾ ਵਾਪਸ ਆ ਗਿਆ, ਉਹ ਆਇਆ, ਔਰ ਆ ਕੇ ਉਹ ਮਰ ਗਿਆ। ਉਹਦਾ ਨਾਂ ਸਾਦਤ ਹਸਨ ਮੰਟੋ ਸੀ। ਜੇ ਉਹ ਨਾ ਆਉਂਦਾ, ਜੇ ਉਹ ਬੰਬਈ ਰਹਿੰਦਾ, ਪਤਾ ਨਹੀਂ ਉਹਨੇ ਕਿੰਨਾ ਲਿਖਣਾ ਸੀ ਅਤੇ ਕਿੰਨਾ ਉਹਨੇ ਹਯਾਤੀ ਮਾਣਨੀ ਸੀ। ਇਹ ਅਸੀਂ ਆਪਣੇ ਬੰਦਿਆਂ ਨਾਲ ਕੀਤਾ ਅਤੇ ਜਿਹੜੇ ਚਲੇ ਗਏ ਉਹ ਉਹਨਾਂ ਦੀ ਕਹਾਣੀ ਹੈ। ਬਲਵੰਤ ਗਾਰਗੀ ਜਿਹੜਾ ਹੈ ਇੱਕ ਕਮਾਲ ਦਾ ਇੱਕ ਰਾਈਟਰ ਹੈ। ਮੈਨੂੰ ਬਾਈ ਚਾਂਸ ਹੀ ਅਫਸਰ ਸਾਹਿਬ ਨੇ ਪ੍ਰੋਗਰਾਮ ਰੱਖਿਆ ਅਤੇ ਉਹ ਮੇਰਾ ਫੇਵਰਟ ਰਾਈਟਰ ਹੈ। ਉਹਨੂੰ ਪੜ੍ਹਿਆ ਸੀ ਬਹੁਤ। ਉਹਨੇ 4 ਵਿਸ਼ੇ ਬਾਰੇ ਲਿਖਿਆ ਹੈ। ਇੱਕ ਤਾਂ ਉਹਦੀਆਂ ਕਹਾਣੀਆਂ ਨੇ, ਇੱਕ ਉਹਦੇ ਮੁਹਾਂਦਰੇ ਨੇ, ਫਿਰ ਉਹਨੇ ਹੱਡਬੀਤੀਆਂ ਆਪਣੀ ਜੀਵਨੀਆਂ ਲਿਖੀਆਂ ਨੇ, ਔਰ ਆਖਰ 'ਤੇ ਡਰਾਮਾ। ਬੇਸਿਕਲੀ ਉਹ ਥੀਏਟਰ ਦਾ ਬੰਦਾ ਸੀ, ਔਰ ਚੰਡੀਗੜ੍ਹ 'ਚ ਜੋ ਪੰਜਾਬ ਯੂਨੀਵਰਸਿਟੀ ਬਣੀ ਹੈ ਅਤੇ ਥੀਏਟਰ ਡਿਪਾਰਟਮੈਂਟ ਜਿਹੜਾ ਹੈ ਉਹਨੇ ਬਣਾਇਆ ਸੀ। ਜਿਹੜੀਆਂ ਉਹਨੇ ਜੀਵਨੀਆਂ ਲਿਖੀਆਂ ਨੇ, ਇੱਕ ਨੰਗੀ ਧੁੱਪ ਹੈ ਅਤੇ ਇੱਕ ਦੂਸਰੇ ਦਾ ਨਾਂ ਹੈ ਕਾਸ਼ਨੀ ਵਿਹੜਾ। 80 ਦੇ ਵਿੱਚ ਜਦੋਂ 80-90 'ਚ ਮੈਂ ਗੁਰਮੁਖੀ ਸਿੱਖੀ ਅਤੇ ਆਸਫ ਰਜ਼ਾ ਕੋਲ ਮੈਂ ਇੱਕ ਦਫਾ ਫੋਟੋ ਕਾਪੀ ਦੇਖੀ ਨੰਗੀ ਧੁੱਪ ਦੀ। ਉਹਨੇ ਮੈਨੂੰ ਦੂਰੋਂ ਹੀ ਦਿਖਾਈ, ਹੱਥ ਵੀ ਨਹੀਂ ਲਾਉਣ ਦਿੱਤਾ। ਕਹਿੰਦਾ ਨੰਗੀ ਧੁੱਪ ਹੈਗੀ ਹੈ, ਬਲਵੰਤ ਗਾਰਗੀ ਦੀ ਕਿਤਾਬ ਹੈ, ਛਪਣੀ ਚਾਹੀਦੀ। ਮੈਂ ਕਿਹਾ ਪਹਿਲੇ ਪੜ੍ਹਾ ਤਾਂ ਸਹੀ। ਕਹਿੰਦਾ ਨਹੀਂ ਦੇਣੀ, ਤੈਨੂੰ ਦੇਣੀ ਨਹੀਂ। ਮੈਂ ਕਿਹਾ ਯਾਰ ਕਹਿੰਦੇ ਨਹੀਂ ਤੂੰ ਨਹੀਂ, ਫਿਰ ਵਾਪਸ ਨਹੀਂ ਕਰੇਗਾ। ਬਹਰਹਾਲ ਉਹਨੇ ਨਹੀਂ ਦਿੱਤੀ।
ਫਿਰ ਨਰੂਪਾ ਦੱਤ ਹੁੰਦੇ ਨੇ ਉੱਥੇ ਚੰਡੀਗੜ੍ਹ ਦੇ ਵਿੱਚ, ਅਫਸਰ ਸਾਹਿਬ ਵੀ ਜਾਣਦਾ, ਉਹ ਸਾਡੇ ਦੋਸਤ ਬਣੇ। ਉਹ ਫਖਰਜਮਾਨ ਦੀ ਕਾਨਫਰੰਸ 'ਚ ਆਏ 2005 ਵਿੱਚ, ਅਤੇ ਫਿਰ ਬਲਵੰਤ ਗਾਰਗੀ ਦੀਆਂ ਅਸੀਂ ਕਿਤਾਬਾਂ ਜਿਹੜੀਆਂ ਨੇ ਉਹ ਪੜ੍ਹੀਆਂ। ਬਲਵੰਤ ਗਾਰਗੀ ਦਾ ਜਿਵੇਂ ਮਹਾਂਦਰਾ ਹੈ, ਉਹਨਾਂ ਨੇ ਮਹਾਂਦਰੇ ਦੀਆਂ 4 ਕਿਤਾਬਾਂ ਲਿਖੀਆਂ ਨੇ। ਨਿੰਮ ਦੇ ਪੱਤੇ ਸੀ, ਦੂਸਰੀ ਕਿਤਾਬ ਸੀ ਉਹਨਾਂ ਦੀ ਸੁਰਮੇ ਵਾਲੀ ਅੱਖ, ਤੀਸਰੀ ਸੀ ਕੋੜੀਆਂ ਵਾਲਾ ਸੱਪ, ਅਤੇ ਚੌਥੀ ਸੀ ਮੇਰਾ ਖਿਆਲ ਹੈ ਹਸੀਨ ਚਿਹਰੇ। ਆਖਰੀ ਜਿਹੜਾ ਉਹਨਾਂ ਨੇ ਮਹਾਂਦਰਾ ਲਿਖਿਆ ਉਹ ਪਾਪਾ ਪ੍ਰੀਤਮ ਸਿੰਘ ਦਾ ਸੀ। 56 'ਚ ਉਹਨਾਂ ਨੇ ਲਿਖਣੇ ਸ਼ੁਰੂ ਕੀਤੇ ਮਹਾਂਦਰੇ, ਅਤੇ 90 ਤੱਕ ਉਹ ਤਕਰੀਬਨ ਲਿਖਦੇ ਰਹੇ। ਜਦੋਂ ਉਹ ਪਹਿਲੀ ਕਿਤਾਬ ਉਹ ਨੀਮ ਦੇ ਪੱਤੇ ਛਪਵਾ ਰਹੇ ਸਨ, ਨੀਮ ਦੇ ਪੱਤੇ 'ਤੇ ਉਹਨਾਂ ਨੇ ਇੱਕ ਮਹਾਂਦਰਾ ਲਿਖਿਆ ਸੀ ਸੰਤ ਸਿੰਘ ਸੇਖੂ ਬਾਰੇ। ਸੇਖੂ ਜਿਹੜਾ ਬਹੁਤ ਵੱਡਾ ਨਾਂ ਸੀ, ਮਾਰਕਸਿਸਟ ਸੀ, ਕਹਾਣੀਕਾਰ ਸੀ, ਥੀਏਟਰ ਦਾ ਵੀ ਬੰਦਾ ਸੀ। ਹੀਰ ਦਾ ਉਹਨੇ ਇੰਗਲਿਸ਼ ਟਰਾਂਸਲੇਸ਼ਨ ਵੀ ਕੀਤਾ ਹੈ, ਬਾਬਾ ਬੋੜ ਵੀ ਕਹਿੰਦੇ। ਸੰਤ ਸਿੰਘ ਸੇਖੂ ਨੇ ਉਹਨੂੰ ਨੋਟਿਸ ਕਰ ਦਿੱਤਾ ਬਲਵੰਤ ਗਾਰਗੀ ਨੂੰ ਕਿ ਤੂੰ ਮੇਰਾ ਮਹਾਂਦਰਾ ਨਹੀਂ ਛਾਪਣਾ। ਇਹ ਬੜਾ ਪਰੇਸ਼ਾਨ ਹੋਇਆ ਬਲਵੰਤ ਗਾਰਗੀ। ਨੱਠਾ ਪ੍ਰੈਸ ਗਿਆ, ਨਵਯੁੱਗ ਵਾਲੇ ਛਾਪ ਰਹੇ ਸਨ, ਉਹ ਪ੍ਰੈਸ ਗਿਆ, 100 ਕਿਤਾਬਾਂ ਛਪ ਚੁੱਕੀਆਂ ਸੀ, ਇਹਨੇ ਬਾਕੀ ਰੋਕ ਲਈਆਂ। ਉਹਦੇ ਵਿੱਚੋਂ ਵੀ ਉਹਦਾ ਲੇਖ ਕੱਢ ਦਿੱਤਾ ਸੰਤ ਸਿੰਘ ਸੇਖੂ ਦਾ, ਅਤੇ ਉਹਦੇ ਲੇਖ ਦੇ ਬਗੈਰ ਕਿਤਾਬ ਛਾਪ ਦਿੱਤੀ। ਜਦੋਂ ਕਿਤਾਬ ਛਪ ਕੇ ਆਈ, ਸੰਤ ਸਿੰਘ ਸੇਖੂ ਨੇ ਦੇਖੀ ਕਿਤਾਬ, ਅਤੇ ਉਹਦਾ ਮਹਾਂਦਰਾ ਨਹੀਂ ਹੈਗਾ ਸੀ। ਉਹਨੂੰ ਤਾਂ ਇੱਕਦਮ ਹੌਲ ਪੈ ਗਿਆ ਉਹਨੂੰ। ਉਹ ਕਹਿੰਦਾ ਮੈਂ ਤਾਂ ਯਾਰ ਮਜ਼ਾਕ ਕਰ ਰਿਹਾ ਸੀ, ਮੈਂ ਤਾਂ ਇਹ ਕਰ ਰਿਹਾ ਸੀ। ਉਹ ਇੱਕ ਦਿਨ ਕਹਿੰਦਾ ਮੇਰੇ ਘਰ ਆਇਆ ਸੰਤ ਸਿੰਘ ਸੇਖੂ, ਦਿੱਲੀ 'ਚ ਮੈਂ ਰਹਿ ਰਿਹਾ ਸਾਂ, ਲਿਫਾਫਾ ਫੜਿਆ ਉਹਨੇ, ਕਹਿੰਦਾ ਯਾਰ ਤੂੰ ਮੇਰਾ ਮਹਾਂਦਰਾ ਛਾਪਣਾ ਹੈ। ਫਿਰ ਇਹਨੇ ਜਦੋਂ ਦੂਜਾ ਜਿਹੜੀ ਹੈ ਸੀ ਆਪਣੇ ਸੁਰਮੇ ਵਾਲੀ ਅੱਖ, ਨਹੀਂ ਸੁਰਮੇ ਵਾਲੀ ਅੱਖ ਦੇ ਵਿੱਚ ਫਿਰ ਉਹ ਸੰਤ ਸਿੰਘ ਸੇਖੂ ਦਾ ਨੇ ਮਹਾਂਦਰਾ ਛਾਪਿਆ। ਬਲਵੰਤ ਗਾਰਗੀ 1916 ਦੇ ਵਿੱਚ ਬਠਿੰਡੇ ਦੇ ਵਿੱਚ ਜੰਮਿਆ ਸੀ। ਬਠਿੰਡੇ ਦਾ ਉਹ ਜੰਮਪਲ ਸੀ। ਜਿਹੜੇ ਸਾਡੇ ਪੁਰਾਣੇ ਬੰਦੇ ਨੇ, ਇਕਬਾਲ ਕੈਸਰ ਹੋਇਆ ਜਾਂ ਮੈਂ ਹੋਇਆ, ਸਾਨੂੰ ਪਤਾ ਕਿ ਬਠਿੰਡਾ ਕੀ ਹੈ। ਇੱਕ ਵਾਇਆ ਬਠਿੰਡਾ ਬੜੀ ਗੱਲ ਹੁੰਦੀ ਸੀ ਇੱਥੇ, ਕਿ ਜਿਹੜੇ ਬੰਦੇ ਮੁਨਸ਼ੀ ਫਾਜ਼ਲ ਕਰਦੇ ਸੀ ਪੰਜਾਬੀ ਵਿੱਚ, ਉਰਦੂ 'ਚ, ਫਾਰਸੀ 'ਚ, ਜੇ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰ ਲੈਣ ਤਾਂ ਉਹਨਾਂ ਨੂੰ BA ਦੀ ਡਿਗਰੀ ਮਿਲ ਜਾਂਦੀ ਸੀ। ਲੇਕਿਨ ਕਹਿੰਦੇ ਸੀ ਇਹਨੇ ਵਾਇਆ ਬਠਿੰਡਾ ਕੀਤਾ BA, ਅਤੇ ਬਠਿੰਡਾ ਜਿਹੜਾ ਉਹ ਜੰਕਸ਼ਨ ਹੈਗਾ ਸੀ। ਉਹਦੇ ਬਠਿੰਡੇ ਦੇ ਉੱਤੇ ਉਹਨੇ ਇੱਕ ਨਾਵਲ ਵੀ ਲਿਖਿਆ ਤੱਤਾ ਰੇਤਾ। ਅੱਛਾ, ਉਹ 1916 'ਚ ਪੈਦਾ ਹੋਇਆ, ਲੇਕਿਨ FC ਕਾਲਜ 'ਚ ਉਹਨੇ MA ਅੰਗਰੇਜ਼ੀ ਕੀਤਾ ਇੱਥੋਂ ਲਾਹੌਰ ਤੋਂ, ਔਰ 47 ਤੱਕ ਉਹ ਲਾਹੌਰ ਹੀ ਰਹਿ ਰਿਹਾ ਸੀ। ਜੇ ਤੁਸੀਂ ਪ੍ਰੀ ਪਾਰਟੀਸ਼ਨ ਦੇ ਲਾਹੌਰ ਦੀਆਂ ਕਹਾਣੀਆਂ ਪੜ੍ਹਨੀਆਂ ਨੇ, ਔਰ ਉਦੋਂ ਜਿਹੜਾ ਲਾਹੌਰ ਸੀ, ਵੰਡ ਤੋਂ ਪਹਿਲੇ ਦਾ ਲਾਹੌਰ, ਉਹਨੂੰ ਪੈਰਿਸ ਕਿਹਾ ਜਾਂਦਾ ਸੀ, ਏਸ਼ੀਆ ਦਾ ਪੈਰਿਸ ਕਿਹਾ ਜਾਂਦਾ ਸੀ। ਇੰਨੇ ਰੁੱਖ ਸਨ, ਇੰਨਾ ਸੋਹਣੀਆਂ ਸੜਕਾਂ ਸਨ, ਔਰ ਇਸ ਤਰ੍ਹਾਂ ਦੀ ਆਬੋ ਹਵਾ ਸੀ, ਫਜ਼ਾ ਸੀ। ਅਤੇ ਉਹ ਤੁਸੀਂ ਕਹਾਣੀਆਂ ਪੜ੍ਹਨੀਆਂ ਨੇ ਤਾਂ ਬਲਵੰਤ ਗਾਰਗੀ ਦੀਆਂ ਕਹਾਣੀਆਂ ਪੜ੍ਹੋ, ਜਿਹਦੇ 'ਚ ਤੁਹਾਨੂੰ ਵੰਡ ਤੋਂ ਪਹਿਲੇ ਦਾ ਜਿਹੜਾ ਲਾਹੌਰ ਹੈ ਮਿਲੇਗਾ। ਬਹੁਤ ਸੋਹਣੀ ਨਸਲ ਲਿਖਦਾ ਸੀ। ਮੱਘਰ ਦਾ ਇੱਕ ਮਹੀਨਾ ਹੁੰਦਾ ਸਾਡੇ, ਨਾ ਜਦੋਂ ਸਿਆਲ ਹੁੰਦਾ ਨਾ ਗਰਮੀਆਂ ਹੁੰਦੀਆਂ ਨੇ, ਅੱਸੂ ਕੱਤੇ ਦੇ ਬਾਅਦ ਆਉਂਦਾ ਹੈ। ਬਲਵੰਤ ਗਾਰਗੀ ਮੈਂ ਪੜ੍ਹ ਰਿਹਾ ਸੀ, ਤਾਂ ਉਹਨੇ ਕਿਹਾ ਉਹ ਗੁਲਾਬੀ ਸਿਆਲ ਦੀ ਰੁੱਤ ਸੀ। ਮੱਘਰ ਦੇ ਮਹੀਨੇ ਨੂੰ ਉਹਨੇ ਕਿਹਾ ਉਹ ਗੁਲਾਬੀ ਸਿਆਲ ਦੀ ਰੁੱਤ ਸੀ। ਅਤੇ ਉਹਨੇ ਜਿਹੜੇ ਮੁਹਾਂਦਰੇ ਲਿਖੇ ਨੇ, ਨਾ ਉਹ ਜਿਹੇ ਕੋਈ ਮੁਹਾਂਦਰੇ ਪਹਿਲੇ ਕਦੀ ਕਿਸੇ ਨੇ ਲਿਖੇ, ਨਾ ਕਦੀ ਕੋਈ ਲਿਖ ਸਕੇਗਾ। ਇਹ ਤੁਸੀਂ ਇੱਕ ਮੁਹਾਂਦਰਾ ਸੁਣਿਆ, ਅਮਰਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਮੋਹਨ ਸਿੰਘ, ਸਾਡੇ ਪਾਸੇ ਦੇ 2 ਹੀ ਨੇ, ਇੱਕ ਰੇਸ਼ਮਾ ਦੇ, ਇੱਕ ਸਾਦਤ ਹਸਨ ਮੰਟੋ, ਨੂਰਜਹਾਂ। ਹਾਂ, ਅੱਛਾ, ਨੂਰਜਹਾਂ ਵੀ ਹੈ। ਅਤੇ ਥੀਏਟਰ ਜਿਹੜਾ ਹੈ, ਥੀਏਟਰ ਦੇ ਬਹੁਤ ਜ਼ਬਰਦਸਤ ਆਦਮੀ ਸੀ। ਥੀਏਟਰ ਦੇ ਉੱਤੇ 3-3, 4-4 ਸਾਲ ਉਹਦੇ ਪਲੇ ਚੱਲਦੇ ਰਹੇ ਨੇ ਮਾਸਕੋ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਅਮਰੀਕਾ ਦੇ ਵਿੱਚ ਵੀ। ਬਹੁਤ ਸ਼ਾਨਦਾਰ ਬੰਦਾ ਸੀ, ਬਹੁਤ ਸ਼ਾਨਦਾਰ ਉਹਨੇ ਜ਼ਿੰਦਗੀ ਵੀ ਗੁਜ਼ਾਰੀ ਉਹਨੇ। ਔਰ ਜਿਹੜੀਆਂ ਉਹਨੇ ਆਪਣੇ ਬਾਇਓਗ੍ਰਾਫੀ ਲਿਖੀਆਂ ਨੇ, ਖਾਸ ਤੌਰ 'ਤੇ ਨੰਗੀ ਧੁੱਪ ਔਰ ਕਾਸ਼ਨੀ ਵੇਲਾ, ਉਹਦੇ ਜਿਸ ਤਰ੍ਹਾਂ ਬੋਲਡ ਹੋ ਕੇ ਉਹਨੇ ਲਿਖਿਆ ਹੈ, ਉਹ ਇੱਕ ਉਹਨੇ ਨਵਾਂ ਰੰਗ ਦਿੱਤਾ ਹੈ ਸਾਡੀ ਨਸਲ ਨੂੰ। ਆਖਰੀ ਵੇਲੇ ਦੇ ਵਿੱਚ ਬਲਵੰਤ ਗਾਰਗੀ ਨੂੰ ਐਲਜ਼ਾਈਮਰ ਹੋ ਗਿਆ ਸੀ, ਉਹਦੀ ਯਾਦਦਾਸ਼ਤ ਖਤਮ ਹੋ ਗਈ ਸੀ। ਲੇਕਿਨ ਉਸ ਤੋਂ ਪਹਿਲੇ ਉਹ ਕਹਿ ਗਿਆ ਸੀ ਕਿ ਤੁਸੀਂ ਮੇਰੀ ਸੁਆਹ ਬਠਿੰਡੇ ਲੈ ਕੇ ਜਾਣਾ। ਜਿਸ ਦਿਨ ਉਹਦੀ ਸੁਆਹ ਬਠਿੰਡੇ ਆਈ, ਪੂਰਾ ਬਠਿੰਡਾ ਸ਼ਹਿਰ
ਰੇਲਵੇ ਸਟੇਸ਼ਨ ਤੇ ਉਹਦੀ ਸਵਾਹ ਨੂੰ ਉਡੀਕ ਰਿਹਾ ਸੀ। ਬਠਿੰਡੇ ਲਈ ਉਹ ਜਿਉਇਆ ਤੇ ਬਠਿੰਡੇ ਨੇ ਉਹਨੂੰ ਮਾਣ ਦਿੱਤਾ। ਬਲਵੰਤ ਗਾਰਗੀ ਦੀ ਜਿਹੜੇ ਦੇਣ ਹੈ ਪੰਜਾਬੀ ਨਸਲ ਨੂੰ ਹਰ ਸ਼ਹਿਰ ਦੇ ਵਿੱਚ, ਉਹ ਸਦਾ ਯਾਦਗਾਰ। ਬਹੁਤ ਸ਼ੁਕਰੀਆ।